ਪਿਆਰੇ ਬੱਚਿਓ, ਇਸ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਇਤਿਹਾਸ ਦਾ ਦੂਜਾ ਪਾਠ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਸੋ ਆਓ ਸ਼ੁਰੂ ਕਰੀਏ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ। ਉਸ ਸਮੇਂ ਦਾ ਜਿਹੜਾ ਸਮਾਜ ਸੀ, ਉਸ ਸਮੇਂ ਦੇ ਸਮਾਜ ਦੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਬਹੁਤ ਬੁਰੀ ਸੀ, ਜ਼ਿਆਦਾ ਚੰਗੀ ਨਹੀਂ ਸੀ। ਲਗਾਤਾਰ ਵਿਦੇਸ਼ੀ ਹਮਲੇ ਹੋ ਰਹੇ ਸੀ, ਚਾਹੇ ਉਹ ਲੋਧੀ ਹੋਣ, ਚਾਹੇ ਮੁਗਲ ਸੁਲਤਾਨ ਹੋਣ। ਉਹ ਆਪਣਾ ਸਮਾਜ, ਆਪਣਾ ਰਾਜ, ਆਪਣਾ ਸਾਮਰਾਜ ਸਥਾਪਿਤ ਕਰਨ ਦੇ ਲਈ ਵੱਖ-ਵੱਖ ਸਮੇਂ 'ਤੇ ਹਮਲੇ ਕਰਦੇ ਰਹਿੰਦੇ ਸਨ। ਧਾਰਮਿਕ ਕੱਟੜਤਾ ਬਹੁਤ ਵਿਆਪਕ ਸੀ ਪੂਰੇ ਸਮਾਜ ਦੇ ਵਿੱਚ। ਹਿੰਦੂ ਆਪਣੇ ਧਰਮ ਬਚਾਉਣ ਦੇ ਵਿੱਚ ਲੱਗੇ ਹੋਏ ਸੀ, ਅਤੇ ਜਿਹੜੇ ਮੁਸਲਿਮ ਸੀਗੇ, ਕਿਉਂਕਿ ਵਿਦੇਸ਼ੀ ਹਮਲੇ ਜ਼ਿਆਦਾਤਰ ਮੁਸਲਿਮ ਕਰਦੇ ਸੀ, ਤਾਂ ਮੁਸਲਮਾਨ ਚਾਹੁੰਦੇ ਸੀ ਕਿ ਉਹ ਆਪਣਾ ਰਾਜ, ਆਪਣਾ ਧਰਮ ਜਿਹੜਾ ਹੈ ਉਹ ਫੈਲਾ ਸਕਣ ਵੱਧ ਤੋਂ ਵੱਧ। ਇਸ ਤੋਂ ਇਲਾਵਾ ਜਿਹੜਾ ਹਿੰਦੂ ਸਮਾਜ ਸੀ ਉਹ ਜਾਤੀਆਂ ਅਤੇ ਉਪਜਾਤੀਆਂ ਵਿੱਚ ਵੀ ਵੰਡਿਆ ਹੋਇਆ ਸੀ, ਜਿਨ੍ਹਾਂ ਦੀ ਅਵਸਥਾ ਵੀ ਬਹੁਤ ਮਾੜੀ ਹੀ ਸੀ। ਸਭ ਤੋਂ ਪਹਿਲੇ ਆਪਾਂ ਦੇਖਾਂਗੇ ਰਾਜਨੀਤਿਕ ਅਵਸਥਾ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਕਰਾਂਗੇ ਸਮਾਜਿਕ ਅਵਸਥਾ ਦੀ ਗੱਲ। ਸੋ ਆਓ ਚਲੀਏ ਆਪਾਂ ਰਾਜਨੀਤਿਕ ਅਵਸਥਾ ਵੱਲ। ਰਾਜਨੀਤਿਕ ਅਵਸਥਾ ਦੇ ਅਧੀਨ ਆਪਾਂ ਪੜ੍ਹਾਂਗੇ ਕਿ ਲੋਧੀ ਸੁਲਤਾਨਾਂ ਦੇ ਅਧੀਨ ਪੰਜਾਬ ਕਿਸ ਤਰੀਕੇ ਦੇ ਨਾਲ ਰਿਹਾ। ਬਹੁਤ ਸਾਰੇ ਲੋਧੀ ਸਾਮਰਾਜ ਸਥਾਪਿਤ ਹੋਇਆ 1450 ਈਸਵੀ ਵਿੱਚ। ਕਈ ਸਾਰੇ ਵੱਖ-ਵੱਖ ਲੋਧੀ ਸੁਲਤਾਨਾਂ ਨੇ ਪੰਜਾਬ ਉੱਤੇ ਵੱਖ-ਵੱਖ ਸਮੇਂ 'ਤੇ ਰਾਜ ਕੀਤਾ। ਇਸ ਵਿੱਚ ਪਹਿਲਾ ਨਾਂ ਹੈ ਬਹਿਲੋਲ ਖਾਂ ਲੋਧੀ ਦਾ। ਇਹ ਦਿੱਲੀ ਦਾ ਸਮਰਾਟ ਬਣਿਆ। ਇਹ ਇੱਕ ਸਿਆਣਾ ਰਾਜਾ ਸੀ। ਸਮਰਾਟ ਬਣਨ ਤੋਂ ਬਾਅਦ ਇਸਨੇ ਤਾਤਾਰ ਖਾਂ ਨੂੰ ਪੰਜਾਬ ਦਾ ਉਹ ਨਿਜ਼ਾਮ ਬਣਾ ਦਿੱਤਾ, ਅਤੇ ਨਿਜ਼ਾਮ ਖਾਂ, ਜਿਸ ਨੂੰ ਕਿ ਸਿਕੰਦਰ ਲੋਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸਨੂੰ ਸਰਹੰਦ ਦਾ ਨਿਜ਼ਾਮ ਬਣਾ ਦਿੱਤਾ। ਪਰ ਤਾਤਾਰ ਖਾਂ ਨੇ ਸੁਤੰਤਰਤਾ ਘੋਸ਼ਿਤ ਕਰ ਦਿੱਤੀ, ਪਰ ਉਸਦੀ ਸੁਤੰਤਰਤਾ ਘੋਸ਼ਿਤ ਕਰਨ ਤੋਂ ਬਾਅਦ ਸਿਕੰਦਰ ਲੋਧੀ ਨੇ ਉਸਨੂੰ ਹਰਾ ਦਿੱਤਾ ਤੇ ਪੰਜਾਬ ਵਿੱਚ ਲੋਧੀ ਰਾਜ ਸਥਾਪਿਤ ਹੋ ਗਿਆ। ਅਗਲਾ ਜਿਹੜਾ ਮੁੱਖ ਲੋਧੀ ਸੁਲਤਾਨ ਸੀ ਉਹ ਸੀ ਸਿਕੰਦਰ ਲੋਧੀ। ਬਹਿਲੋਲ ਖਾਂ ਲੋਧੀ ਦੀ ਮੌਤ ਤੋਂ ਬਾਅਦ ਸਿਕੰਦਰ ਲੋਧੀ ਬਾਦਸ਼ਾਹ ਬਣਿਆ। ਉਹ ਬਹੁਤ ਹੀ ਪ੍ਰਸਿੱਧ ਤੇ ਇਮਾਨਦਾਰ ਰਾਜਾ ਸੀ। ਉਸਦਾ ਆਪਣੇ ਆਸ-ਪਾਸ ਆਪਣੇ ਸਾਮਰਾਜ ਤੇ ਪੂਰਾ ਫੁੱਲ ਕੰਟਰੋਲ ਜਾਂ ਫੁੱਲ ਨਿਯੰਤਰਣ ਸੀ। ਉਸਨੇ ਆਪਣੀ ਸਰਹੱਦ ਜਿਹੜੀ ਸੀ ਉਹ ਭੇਰਾ ਤੋਂ ਲੈ ਕੇ ਸਰਹੰਦ ਤੱਕ ਫੈਲਾ ਲਈ ਸੀ। ਪਰ ਉਸਦੀ ਇੱਕ ਕਮੀ ਇਹ ਸੀ ਕਿ ਉਹ ਸਿਰਫ ਮੁਸਲਮਾਨਾਂ ਤੱਕ ਹੀ ਨਿਆਂ ਕਰਦਾ ਸੀ, ਜਦਕਿ ਉਹ ਹਿੰਦੂਆਂ ਤੋਂ ਬਹੁਤ ਜ਼ਿਆਦਾ ਘਿਰਨਾ ਕਰਦਾ ਸੀ। ਉਹ ਆਪਣਾ ਧਰਮ ਜਿਹੜਾ ਸੀ ਉਸ ਪ੍ਰਚਾਰ ਕਰਨ ਦੇ ਪੱਖ ਵਿੱਚ ਸੀ। ਉਸ ਤੋਂ ਬਾਅਦ ਗੱਲ ਕਰੀਏ ਸਭ ਤੋਂ ਮਸ਼ਹੂਰ ਲੋਧੀ ਸੁਲਤਾਨ ਦੀ, ਉਹ ਸੀ ਇਬਰਾਹਿਮ ਲੋਧੀ, ਜਿਹਨੇ 1517 ਤੋਂ ਲੈ ਕੇ 1526 ਈਸਵੀ ਤੱਕ ਦਿੱਲੀ ਦਾ ਸਮਰਾਟ ਵਜੋਂ ਰਾਜ ਕੀਤਾ। ਸਿਕੰਦਰ ਲੋਧੀ ਤੋਂ ਬਾਅਦ ਇਹ ਜਦੋਂ ਰਾਜਾ ਬਣਿਆ, ਇਹ ਹੈ ਤਾਂ ਬਹੁਤ ਹੀ ਬਹਾਦਰ ਤੇ ਸਿਪਾਹੀ ਜਰਨੈਲ ਸੀ, ਪਰ ਇਹ ਆਪਣੇ ਮਨਸੂਬਿਆਂ ਵਿੱਚ ਅਸਫਲ ਰਿਹਾ, ਕਾਮਯਾਬ ਨਹੀਂ ਹੋ ਪਾਇਆ। ਇਸ ਦਾ ਰੀਜ਼ਨ ਇਹ ਸੀ ਕਿ ਇਹ ਪਠਾਣਾ ਦਾ ਸੂਬਾ ਸੀ। ਇਹਨੇ ਜ਼ਿਆਦਾ ਅਨੁਸ਼ਾਸਨ ਵਿੱਚ ਰੱਖਿਆ ਪਠਾਣਾ ਨੂੰ, ਜਿਸ ਕਰਕੇ ਪਠਾਣਾ ਦਾ ਸੂਬਾ ਸਮਝ ਨਾ ਸਕਿਆ, ਤੇ ਜ਼ਿਆਦਾ ਅਨੁਸ਼ਾਸਨ ਦੇ ਤੰਗੀ ਦੀ ਵਜ੍ਹਾ ਦੇ ਨਾਲ ਪਠਾਣਾ ਨੇ ਇਸ ਦਾ ਵਿਦਰੋਹ ਕਰ ਦਿੱਤਾ, ਤੇ ਇਸ ਦਾ ਜਿਹੜਾ ਸਾਮਰਾਜ ਸੀ ਉਹ ਨਾ ਮਾਤਰ ਹੀ ਰਹਿ ਗਿਆ। ਬੱਚੇ, ਇੱਥੇ ਮੈਂ ਇਹ ਵੀ ਤੁਹਾਨੂੰ ਦੱਸ ਦੇਣਾ ਚਾਹਾਂਗੀ ਕਿ ਜਿਹੜਾ ਲੋਧੀ ਸਲਤਨਤ ਜਿਹੜੀ ਸੀ ਉਹ ਸਿਰਫ ਪੰਜਾਬ ਰਾਜ ਤੱਕ ਹੀ ਸੀਮਿਤ ਨਹੀਂ ਸੀ। ਜਿਵੇਂ ਕਿ ਆਪਾਂ ਪਿਛਲੀ ਸਲਾਈਡ ਦੇ ਵਿੱਚ ਨਕਸ਼ੇ 'ਚ ਦੇਖੋਗੇ ਨਾ, ਜਿਹੜੇ ਪਿੰਕ ਕਲਰ ਦਾ ਤੁਹਾਨੂੰ ਸਰਕਲ ਦਿਖ ਰਿਹਾ, ਸਾਰੀ ਲੋਧੀ ਸਲਤਨਤ ਹੈ। ਪੰਜਾਬ ਜਿਹੜਾ ਸਾਮਰਾਜ ਸੀ ਇਹ ਸਿਰਫ ਉਹਨਾਂ ਦੇ ਪੂਰੇ ਸਾਮਰਾਜ ਦਾ ਇੱਕ ਛੋਟਾ ਜਿਹਾ ਹਿੱਸਾ ਸੀ, ਜਦਕਿ ਇਹਨਾਂ ਦਾ ਸਾਮਰਾਜ ਦਿੱਲੀ, ਪਾਨੀਪਤ, ਗਵਾਲੀਅਰ ਤੇ ਹੋਰ ਕਾਫੀ ਇਲਾਕਿਆਂ ਤੱਕ ਫੈਲਿਆ ਹੋਇਆ ਸੀ। ਅੱਗੇ ਗੱਲ ਕਰਾਂਗੇ ਬੇਟਾ ਅਗਲੇ ਲੋਧੀ ਸੁਲਤਾਨ ਦੀ, ਉਹ ਸੀ ਦੌਲਤ ਖਾਂ। ਦੌਲਤ ਖਾਂ ਜਿਹੜਾ ਸੀ ਇਹ ਬਹੁਤ ਹੀ ਲਾਲਚੀ ਕਿਸਮ ਦਾ ਸੁਲਤਾਨ ਸੀਗਾ। ਸਿਕੰਦਰ ਲੋਧੀ ਨੇ ਤਾਤਾਰ ਖਾਂ ਨੂੰ ਆਪਣਾ ਸੂਬੇਦਾਰ ਨਿਯੁਕਤ ਕੀਤਾ ਸੀ ਪੰਜਾਬ ਦਾ, ਪਰ ਜਦੋਂ ਤਾਤਾਰ ਖਾਂ ਦੀ ਮੌਤ ਹੋ ਗਈ ਤਾਂ ਉਸਨੇ ਦੌਲਤ ਖਾਂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰਤਾ। ਸਿਕੰਦਰ ਲੋਧੀ ਜਦ ਤੱਕ ਜ਼ਿੰਦਾ ਰਿਹਾ ਤਦ ਤੱਕ ਤਾਂ ਉਸਦਾ ਵਫਾਦਾਰ ਰਿਹਾ, ਪਰ ਜਦੋਂ ਸਿਕੰਦਰ ਲੋਧੀ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਜਿਹੜਾ ਉਹ ਸੀ ਇਬਰਾਹਿਮ ਲੋਧੀ, ਉਸਦੇ ਨਾਲ ਇਸਦੀ ਬਿਲਕੁਲ ਨਹੀਂ ਬਣੀ। ਸੋ ਇਸ ਲਈ ਇਸਨੇ ਮਨ ਬਣਾ ਲਿਆ ਕਿ ਇਹ ਸੁਤੰਤਰ ਹੋ ਜਾਏਗਾ ਤੇ ਆਪਣਾ ਰਾਜ ਖੁਦ ਸਥਾਪਿਤ ਕਰੇਗਾ। ਇਸਨੇ ਆਲਮ ਖਾਨ ਨੂੰ ਵੀ ਆਪਣੇ ਨਾਲ ਮਿਲਾ ਲਿਆ, ਤੇ ਜਦੋਂ ਇਬਰਾਹਿਮ ਲੋਧੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਦੌਲਤ ਖਾਨ ਨੂੰ ਦਿੱਲੀ ਬੁਲਾਇਆ। ਦੌਲਤ ਖਾਨ ਨੂੰ ਸ਼ੱਕ ਹੋ ਗਿਆ ਕਿ ਕੁਝ ਸਹੀ ਨਹੀਂ ਹੈ, ਇਸ ਲਈ ਉਸਨੇ ਆਪਣੀ ਜਗ੍ਹਾ ਦਿਲਾਵਰ ਖਾਂ ਜਿਹੜਾ ਉਹਦਾ ਪੁੱਤਰ ਸੀ ਉਸਨੂੰ ਦਿੱਲੀ ਭੇਜਤਾ।
ਇਬਰਾਹਿਮ ਲੋਧੀ ਨੇ ਉਸਦੇ ਪੁੱਤਰ ਨੂੰ ਕੈਦੀ ਬਣਾ ਲਿਆ, ਪਰ ਉਹ ਕਿਸੇ ਤਰ੍ਹਾਂ ਨਾਲ ਭੱਜ ਕੇ ਉੱਥੋਂ ਦੀ ਤਾਂ ਬਚ ਨਿਕਲਿਆ। ਅੱਗੇ ਗੱਲ ਕਰਾਂਗੇ ਦੌਲਤ ਖਾਂ ਦੀ ਬਾਬਰ ਦੀ ਗੱਠਜੋੜ ਨਾਲ। ਬਾਬਰ ਵੀ ਉਸ ਟਾਈਮ ਹਮਲੇ ਕਰ ਰਿਹਾ ਸੀ ਪੰਜਾਬ ਤੇ, ਉਹ ਪੂਰੇ ਭਾਰਤ ਉੱਪਰ ਰਾਜ ਕਰਨਾ ਚਾਹੁੰਦਾ ਸੀਗਾ। 1519 ਦੇ ਵਿੱਚ ਬਾਬਰ ਨੇ ਪੰਜਾਬ ਦੇ ਉੱਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਤੇ ਇਬਰਾਹਿਮ ਲੋਧੀ ਜਿਹੜਾ ਦਿੱਲੀ ਦਾ ਸੁਲਤਾਨ ਸੀ ਉਸ ਸਮੇਂ, ਉਸਨੇ ਉਸ ਕੋਲ ਆਪਣਾ ਦੂਤ ਵੀ ਭੇਜਿਆ, ਪਰ ਦੌਲਤ ਖਾਂ ਦੇ ਮਨ 'ਚ ਕਿਉਂਕਿ ਉਹ ਸੀ ਲਾਲਚ ਸੀ, ਉਸਨੇ ਉਸ ਦੂਤ ਨੂੰ ਇਬਰਾਹਿਮ ਲੋਧੀ ਤੱਕ ਪਹੁੰਚਣ ਨਹੀਂ ਦਿੱਤਾ ਤੇ ਉਸਨੂੰ ਰਸਤੇ ਵਿੱਚ ਹੀ ਰੋਕ ਲਿਆ। ਬਾਬਰ ਵਾਪਸ ਕਾਬੁਲ ਚਲਾ ਗਿਆ ਤੇ ਉਸਨੇ ਆਪਣੇ ਜਿਹੜੇ ਜਿੱਤੇ ਹੋਏ ਇਲਾਕੇ ਸੀ ਉਹ ਹਿੰਦੂ ਬੇਗ ਨੂੰ ਦੇ ਦਿੱਤੇ, ਪਰ ਲੋਕਾਂ ਨੇ ਬਗਾਵਤ ਕਰਕੇ ਹਿੰਦੂ ਬੇਗ ਨੂੰ ਉਹਨਾਂ ਇਲਾਕਿਆਂ ਤੋਂ ਭਜਾ ਦਿੱਤਾ। ਬਾਬਰ ਫਿਰ ਦੁਬਾਰਾ ਹਮਲਾ ਕਰਨ ਲਈ ਆਇਆ ਤੇ ਉਸਨੇ ਭੇਰਾ ਤੇ ਸਿਆਲਕੋਟ ਨੂੰ ਜਿੱਤ ਲਿਆ। ਇਸੀ ਲੜਾਈ ਦੇ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕਰ ਲਿਆ ਸੀ। ਦੌਲਤ ਖਾਨ ਨੂੰ ਜਦੋਂ ਪਤਾ ਲੱਗਾ ਕਿ ਬਾਬਰ ਇੰਨਾ ਸ਼ਕਤੀਸ਼ਾਲੀ ਵਿਅਕਤੀ ਹੈ, ਉਸਨੇ ਉਸਦੇ ਨਾਲ ਆਪਣਾ ਗੱਠਜੋੜ ਕਰ ਲਿਆ ਕਿ ਕਿਸ ਤਰੀਕੇ ਨਾਲ ਉਹਦੇ ਨਾਲ ਮਿਲ ਕੇ ਪੰਜਾਬ ਉੱਪਰ ਹਮਲਾ ਕਰੇਗਾ ਤੇ ਉਸਨੂੰ ਰਾਜ ਸੌਂਪ ਜਾਏਗਾ। ਫਿਰ ਇਬਰਾਹਿਮ ਲੋਧੀ ਤੇ ਦੌਲਤ ਖਾਨ ਵਿੱਚ ਯੁੱਧ ਹੋਇਆ, ਜਿਹਦੇ ਵਿੱਚ ਦੌਲਤ ਖਾਂ ਹਾਰ ਗਿਆ ਤੇ ਬਾਬਰ ਉਸਦੀ ਸਹਾਇਤਾ ਲਈ ਲਾਹੌਰ ਪਹੁੰਚਿਆ ਅਤੇ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ। ਉਸ ਤੋਂ ਬਾਅਦ ਬੇਟੀ ਗੱਲ ਕਰਾਂਗੇ ਆਲਮ ਖਾਂ ਦੀ। ਆਲਮ ਖਾਂ ਜਿਹੜਾ ਸੀ ਉਹ ਕਿਉਂਕਿ ਜਿਹੜੇ ਅਫਗਾਨ ਸੀਗੇ ਉਹ ਇਬਰਾਹਿਮ ਲੋਧੀ ਦੇ ਬੁਰੇ ਵਿਵਹਾਰ ਤੋਂ ਦੁਖੀ ਹੋ ਚੁੱਕੇ ਸੀ, ਇਸ ਲਈ ਉਹਨਾਂ ਨੇ ਇਬਰਾਹਿਮ ਲੋਧੀ ਦੇ ਵਿਰੁੱਧ ਆਵਾਜ਼ ਉਠਾਈ ਤੇ ਆਲਮ ਖਾਂ ਨੂੰ ਆਪਣਾ ਸਰਦਾਰ ਬਣਾਉਣ ਦੀ ਯੋਜਨਾ ਬਣਾ ਲਈ। ਦੌਲਤ ਖਾਂ ਲੋਧੀ ਨੇ ਪਰ ਯੁੱਧ ਦੇ ਵਿੱਚ ਆਲਮ ਖਾਂ ਨੂੰ ਹਰਾ ਦਿੱਤਾ। ਬਾਅਦ ਵਿੱਚ ਦੋਨਾਂ ਨੇ ਆਪਸੀ ਗੱਠਜੋੜ ਕਰਕੇ ਇੱਕ ਦੂਸਰੇ ਦੇ ਨਾਲ ਮਿਲ ਗਏ ਤੇ ਦੋਨੋਂ ਆਲਮ ਖਾਂ ਅਤੇ ਦੌਲਤ ਖਾਂ ਦੋਨੋਂ ਮਿਲ ਕੇ ਇਬਰਾਹਿਮ ਲੋਧੀ ਦੇ ਖਿਲਾਫ ਹੋ ਗਏ। ਅੱਗੇ ਆਖਿਰ ਵਿੱਚ ਆਪਾਂ ਜਾਣਾਂਗੇ ਬਾਬਰ ਦੀ ਜਿੱਤ ਬਾਰੇ। 1525 ਈਸਵੀ ਵਿੱਚ ਭਾਰਤ ਜਿੱਤਣ ਦੇ ਮਨਸੂਬੇ ਦੇ ਨਾਲ ਬਾਬਰ ਜਿਹੜਾ ਸੀ ਉਹ ਪੰਜਾਬ ਦਾਖਲ ਹੋਇਆ ਆਪਣੇ 12,000 ਸੈਨਿਕਾਂ ਦੀ ਉਹਦੇ ਨਾਲ ਟੁਕੜੀ ਦੇ ਨਾਲ। ਇਹ ਦੇਖ ਕੇ ਬਾਬਰ ਤੋਂ ਡਰ ਕੇ ਦੌਲਤ ਖਾਂ ਦਾ ਭੱਜ ਗਿਆ। ਠੀਕ ਹੈ, ਉਸਨੇ ਬਾਬਰ ਨੇ ਕੀ ਕੀਤਾ, ਬਹੁਤ ਹੀ ਭਿਆਨਕ ਲੜਾਈ ਹੋਈ। ਪਹਿਲੇ ਤਾਂ ਉਸਨੇ ਲਾਹੌਰ ਤੇ ਸਰਹੰਦ ਨੂੰ ਜਿੱਤ ਲਿਆ, ਫਿਰ ਉਹ ਇਬਰਾਹਿਮ ਲੋਧੀ ਦੇ ਇਲਾਕੇ ਦਿੱਲੀ ਦੇ ਵਿੱਚ ਪਹੁੰਚ ਗਿਆ। ਉੱਥੇ ਕਈ ਦਿਨਾਂ ਲਈ ਪਹਿਲੇ ਤਾਂ ਦੋਨੋਂ ਜਿਹੜੀਆਂ ਟੁਕੜੀਆਂ ਸੀ ਉਹ ਬੈਠੀਆਂ ਰਹੀਆਂ, ਇੱਕ ਦੂਸਰੇ ਤੇ ਹਮਲਾ ਨਹੀਂ ਕੀਤਾ। ਇਬਰਾਹਿਮ ਲੋਧੀ ਕੋਲ 1 ਲੱਖ ਤੋਂ ਵੱਧ ਸੈਨਾ ਸੀ, ਪਰ ਚਤੁਰ ਦਿਮਾਗ ਸੀ ਬਾਬਰ ਕੋਲ 12,000 ਸੈਨਿਕਾਂ ਹੋਣ ਦੇ ਬਾਵਜੂਦ ਵੀ ਉਸਨੇ ਆਪਣੀ ਪੂਰੀ ਸੈਨਾ ਨੂੰ ਇਸ ਤਰੀਕੇ ਨਾਲ ਵੰਡਿਆ ਹੋਇਆ ਸੀ ਕਿ ਇਸ ਅੱਛੀ ਵਿਉਂਤ ਨਾਲ ਵੰਡਿਆ ਹੋਇਆ ਸੀ ਕਿ ਜਿਹੜੀ ਬੈਲ ਗੱਡੀਆਂ ਸੀ ਉਹ ਸਭ ਤੋਂ ਅੱਗੇ, ਉਸ ਤੋਂ ਪਿੱਛੇ ਤੋਪਾਂ, ਤਾਂ ਕਿ ਦੁਸ਼ਮਣਾਂ ਨੂੰ ਨਾ ਪਤਾ ਚੱਲੇ ਕਿ ਉਹ ਕਿਸ ਤਿਆਰੀ ਨਾਲ ਆਇਆ ਹੈ। ਜਦੋਂ ਇਬਰਾਹਿਮ ਲੋਧੀ ਕੁਝ ਦਿਨਾਂ ਦੀ ਵੇਟ ਤੋਂ ਬਾਅਦ ਇਬਰਾਹਿਮ ਲੋਧੀ ਦੀ ਸੈਨਾ ਨੇ ਬਾਬਰ ਉੱਤੇ ਹਮਲਾ ਕੀਤਾ ਤਾਂ ਬੈਲ ਗੱਡੀਆਂ ਜਿਹੜੇ ਨੂੰ ਪਿੱਛੇ ਹਟਾ ਲਿਆ ਗਿਆ ਤੇ ਪਿੱਛੇ ਜਿਹੜੀ ਤੋਪਾਂ ਛੁਪਾ ਰੱਖੀਆਂ ਸੀ ਉਹਨਾਂ ਦੇ ਨਾਲ ਉਹਨਾਂ ਦੇ ਹਾਥੀਆਂ ਤੇ ਇਬਰਾਹਿਮ ਲੋਧੀ ਦੇ ਸੈਨਾ ਦੇ ਹਾਥੀਆਂ ਤੇ ਹਮਲਾ ਕੀਤਾ ਗਿਆ, ਜਿਸ ਵਜ੍ਹਾ ਨਾਲ ਜਿਹੜੇ ਹਾਥੀ ਸੀ ਉਹ ਵਾਪਸ ਹੀ ਮੁੜ ਗਏ ਤੇ ਉਹਨਾਂ ਨੇ ਆਪਣੀ ਸੈਨਾ ਨੂੰ ਹੀ ਕੁਚਲਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਇਬਰਾਹਿਮ ਲੋਧੀ ਦੀ ਹਾਰ ਹੋ ਗਈ ਅਤੇ ਬਾਬਰ ਦੀ ਜਿੱਤ ਹੋਈ ਤੇ ਬਾਬਰ ਨੇ ਪੂਰਾ ਪੰਜਾਬ ਜਿਹੜਾ ਸੀ ਉਹ ਜਿੱਤ ਲਿਆ। ਸੋ ਇਹ ਸੀ ਹਾਲ ਬੇਟਾ ਲੋਧੀ ਸੁਲਤਾਨਾਂ ਦਾ ਕਿ ਲੋਧੀ ਸੁਲਤਾਨਾਂ ਨੇ ਕਿਵੇਂ ਰਾਜ ਕੀਤਾ ਤੇ ਬਾਅਦ ਵਿੱਚ ਉਹਨਾਂ ਦੇ ਪੂਰੇ ਰਾਜ ਨੂੰ ਟੇਕ ਓਵਰ ਕਰ ਲਿਆ ਬਾਬਰ ਨੇ। ਇਹ ਸੀ ਬੇਟੇ ਉਸ ਸਮੇਂ ਦੀ ਰਾਜਨੀਤਿਕ ਅਵਸਥਾ। ਹੁਣ ਆਪਾਂ ਗੱਲ ਕਰਾਂਗੇ ਸਮਾਜਿਕ ਅਵਸਥਾ ਦੀ। ਪੂਰਾ ਜਿਹੜਾ ਸਮਾਜ ਸੀ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਦਾ ਉਹ 2 ਕੈਟੇਗਰੀ 'ਚ ਵੰਡਿਆ ਹੋਇਆ ਸੀ, ਹਿੰਦੂ ਅਤੇ ਮੁਸਲਿਮ। ਮੁੱਖ ਉਸ ਟਾਈਮ ਦੇ ਜਿਹੜੇ ਸੀ ਧਰਮ ਸੀਗੇ। ਹਿੰਦੂ ਜਿਹੜਾ ਧਰਮ ਸੀ ਉਹ 4 ਜਾਤਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਤੇ ਮੁਸਲਿਮ ਜਿਹੜੇ ਸੀ ਉਹ 3 ਕੈਟੇਗਰੀ 'ਚ ਵੰਡੇ ਹੋਏ ਸੀ, ਅਮੀਰ ਤੇ ਸਰਦਾਰ, ਉਲਮਾ ਤੇ ਸੈਯਦ, ਮੱਧ ਸ਼੍ਰੇਣੀ ਅਤੇ ਗੁਲਾਮ। ਜੇ ਹਿੰਦੂ ਸਮਾਜ ਦੀ ਗੱਲ ਕਰੀਏ ਤਾਂ ਪਤਾ ਹੀ ਹੈ ਬ੍ਰਾਹਮਣ ਜਿਹੜੇ ਸੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਮਾਣ ਪ੍ਰਾਪਤ ਸੀ, ਉਹ ਧਾਰਮਿਕ ਨੇਤਾ ਮੰਨੇ ਜਾਂਦੇ ਸੀ। ਖੱਤਰੀ ਜਿਹੜੇ ਸੀ ਉਹ ਬਹਾਦਰ ਯੋਧਾ ਵਗੈਰਾ ਸੈਨਾਪਤੀ ਮੰਨੇ ਜਾਂਦੇ ਸੀਗੇ। ਵੈਸ਼ ਜਿਹੜੇ ਸੀ ਹੱਥ ਨਾਲ ਕੰਮ ਕਰਨ ਵਾਲੇ ਕਾਰੀਗਰ ਸੀ, ਇਹਨਾਂ ਦੀ ਦਸ਼ਾ ਵੀ ਠੀਕ ਹੀ ਸੀ। ਪਰ ਸਭ ਤੋਂ ਬੁਰੀ ਦਸ਼ਾ ਜਿਹੜੀ ਸੀ ਉਹ ਸ਼ੂਦਰਾਂ ਦੀ ਸੀ, ਜਿਨ੍ਹਾਂ ਨੂੰ ਅਛੂਤ ਵਗੈਰਾ ਮੰਨਿਆ ਜਾਂਦਾ ਸੀ ਤੇ ਉਹਨਾਂ ਤੋਂ ਗੁਲਾਮਾਂ ਵਾਲੇ ਜਾਂ ਫਿਰ ਜਿਹੜੇ ਛੋਟੇ ਮੋਟੇ ਬੁਰੇ ਕੰਮ ਸਮਝੇ ਜਾਂਦੇ ਸੀ ਉਹ ਕਰਾਏ ਜਾਂਦੇ ਸੀਗੇ।
ਤੇ ਮੁਸਲਮਾਨਾਂ ਦੇ ਵਿੱਚ ਜਿਹੜੇ ਅਮੀਰ ਤੇ ਸਰਦਾਰ ਸੀ ਉਹਨਾਂ ਦੀ ਤਾਂ ਬਹੁਤ ਵਾਹਵਾਹੀ ਸੀ, ਉਹਨਾਂ ਨੂੰ ਜਗੀਰਾਂ ਦਿੱਤੀਆਂ ਗਈਆਂ ਸੀ, ਉਹਨਾਂ ਦੇ ਹੇਠ ਇੱਕ ਜਗੀਰ ਵੰਡੀ ਹੋਈ ਸੀ, ਉਹ ਲੋਕਾਂ ਤੋਂ ਕਰ ਵਸੂਲਦੇ ਸੀ ਤੇ ਐਸ਼ੋ ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸੀ। ਉਲਮਾ ਤੇ ਸੈਯਦ ਜਿਹੜੇ ਸੀ ਉਹ ਧਾਰਮਿਕ ਨੇਤਾ ਸੀ, ਜਿਵੇਂ ਕਾਜ਼ੀ ਹੋ ਗਏ ਜਾਂ ਉਸ ਟਾਈਮ ਦੇ ਫਕੀਰ ਵਗੈਰਾ ਹੋ ਗਏ, ਉਹਨਾਂ ਨੂੰ ਧਾਰਮਿਕ ਨੇਤਾ ਮੰਨਿਆ ਜਾਂਦਾ ਸੀ ਤੇ ਉਹ ਕਾਨੂੰਨ ਵੀ ਪੜ੍ਹ ਲਿਖੇ ਸਨ, ਪੜ੍ਹੇ ਹੋਏ ਸਨ, ਠੀਕ ਹੈ, ਜਿਵੇਂ ਕਿ ਕਾਜ਼ੀ ਹੋ ਗਏ। ਉਸ ਤੋਂ ਬਾਅਦ ਆਉਂਦੇ ਸੀ ਮੱਧ ਸ਼੍ਰੇਣੀ ਵਿੱਚ ਸਰਕਾਰੀ ਨੌਕਰ ਹੋ ਗਏ ਜਾਂ ਕਾਰੋਬਾਰੀ ਵਪਾਰਿਕ ਹੋ ਗਏ। ਇਹਨਾਂ ਦੀ ਹਾਲਤ ਵੀ ਠੀਕ ਸੀ, ਪਰ ਸਭ ਤੋਂ ਬੁਰੀ ਹਾਲਤ ਸੀ ਗੁਲਾਮਾਂ ਦੀ। ਗੁਲਾਮਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਜਾਂਦਾ ਸੀ, ਹਰ ਤਰ੍ਹਾਂ ਦੇ ਕੰਮ ਉਹਨਾਂ ਤੋਂ ਕਰਵਾਏ ਜਾਂਦੇ ਸਨ। ਪਰ ਹਾਂ, ਜਿਹੜੇ ਵਫਾਦਾਰ ਗੁਲਾਮ ਸੀ ਉਹ ਆਪਣੀ ਬਹਾਦਰੀ ਸ਼ੋਅ ਕਰਕੇ, ਆਪਣੀ ਵਫਾਦਾਰੀ ਸ਼ੋਅ ਕਰਕੇ ਆਪਣਾ ਪਦ ਉੱਚਾ ਵੀ ਕਰ ਸਕਦੇ ਸਨ। ਇਹਨਾਂ ਕੈਟੇਗਰੀਜ਼ ਤੋਂ ਬਾਅਦ ਆਪਾਂ ਦੇਖਾਂਗੇ ਕਿ ਉੱਥੋਂ ਦਾ ਸਮਾਜਿਕ ਅਵਸਥਾ ਕੈਸੀ ਸੀ। ਪਹਿਲੇ ਆਪਾਂ ਹਿੰਦੂਆਂ ਦੀ ਸਮਾਜਿਕ ਅਵਸਥਾ ਦੀ ਗੱਲ ਕਰਾਂਗੇ। ਹਿੰਦੂਆਂ ਦੀ ਓਵਰਆਲ ਅਵਸਥਾ ਜਿਹੜੀ ਸੀ ਉਹ ਬੁਰੀ ਹੀ ਸੀ, ਠੀਕ ਹੈ ਨਾ। ਉਹਨਾਂ ਤੇ ਵੱਧ ਕਰ ਲਗਾਏ ਜਾਂਦੇ ਸਨ, ਕਿਉਂਕਿ ਜਿਹੜੇ ਰਾਜੇ ਸੀਗੇ ਉਸ ਟਾਈਮ ਦੇ ਜਿਹੜੇ ਉਹ ਮੁਸਲਿਮ ਸੀਗੇ ਤਾਂ ਉਹ ਹਿੰਦੂਆਂ ਨਾਲ ਘਿਰਣਾ ਕਰਦੇ ਸੀਗੇ। ਇਸ ਵਜ੍ਹਾ ਦੇ ਨਾਲ ਉਹਨਾਂ ਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਾਤ ਪਾਤ ਤਾਂ ਪਤਾ ਹੀ ਬੇਟਾ ਇਹ ਬ੍ਰਾਹਮਣ, ਵੈਸ਼, ਖੱਤਰੀ ਤੇ ਸ਼ੂਦਰ ਵਿੱਚ ਵੰਡੇ ਹੋਏ ਸਨ। ਜੇ ਇਹਨਾਂ ਦੇ ਭੋਜਨ ਦੀ ਗੱਲ ਕਰੀਏ ਤਾਂ ਇਹ ਸਾਦਾ ਖਾਣਾ ਖਾਂਦੇ ਸਨ, ਇਹ ਮਾਸ ਦਾ ਸੇਵਨ ਬਿਲਕੁਲ ਨਹੀਂ ਕਰਦੇ ਸਨ। ਦਾਲ, ਸਬਜ਼ੀਆਂ, ਕਣਕ, ਚਾਵਲ, ਦੁੱਧ, ਦਹੀਂ, ਲੱਸੀ ਦਾ ਸੇਵਨ ਕਰਦੇ ਸਨ ਅਤੇ ਨਸ਼ੀਲੀ ਵਸਤੂਆਂ ਵਗੈਰਾ ਦਾ ਸੇਵਨ ਵੀ ਇਹ ਕਰ ਲੈਂਦੇ ਸਨ। ਪਹਿਰਾਵੇ ਦੀ ਗੱਲ ਕਰੀਏ ਤਾਂ ਇਹ ਸਾਦਾ ਪਹਿਰਾਵਾ ਹੀ ਪਹਿਨਦੇ ਸਨ, ਜਿਵੇਂ ਕਿ ਧੋਤੀ, ਕੁੜਤਾ। ਜਿਹੜੇ ਅਮੀਰ ਲੋਕ ਸੀ ਉਹ ਰੇਸ਼ਮੀ ਕੱਪੜੇ ਪਾ ਲੈਂਦੇ ਸਨ ਤੇ ਗਰੀਬ ਜਿਹੜੇ ਸੀ ਉਹ ਖਾਦੀ ਦੇ ਕੱਪੜੇ ਪਾਉਂਦੇ ਸਨ। ਇਹ ਆਪਣੇ ਸਿਰ ਉੱਤੇ ਦਸਤਾਰ ਜਾਂ ਪਗੜੀ ਵੀ ਸਜਾਉਂਦੇ ਸਨ ਤੇ ਔਰਤਾਂ ਜਿਹੜੀਆਂ ਸੀ ਉਹ ਕਮੀਜ਼, ਸਲਵਾਰ, ਦੁਪੱਟਾ ਵਗੈਰਾ ਪਹਿਨਦੀਆਂ ਸਨ। ਮਨੋਰੰਜਨ ਦੇ ਨਾਮ ਤੇ ਇਹ ਕਦੀ ਕਦੀ ਜੂਆ ਖੇਡ ਲੈਂਦੇ ਸਨ ਜਾਂ ਕੋਈ ਤਿਉਹਾਰ ਮਨਾ ਲੈਂਦੇ ਸਨ, ਕੁਝ ਖਾਸ ਹੈ ਨਹੀਂ ਸੀ ਮਨੋਰੰਜਨ ਦੇ ਨਾਮ ਤੇ ਕਰਨ ਲਈ। ਅੰਧ ਵਿਸ਼ਵਾਸਾਂ ਦੇ ਵਿੱਚ ਤਾਂ ਇਹ ਘਿਰੇ ਹੋਏ ਸੀ, ਝੂਠੇ ਕਰਮ ਕਾਂਡ, ਜਾਦੂ ਟੂਣਿਆਂ ਦੇ ਵਿੱਚ ਇਹ ਫਸੇ ਹੋਏ ਸਨ, ਉਹਨਾਂ ਤੇ ਪੂਰਾ ਵਿਸ਼ਵਾਸ ਰੱਖਦੇ ਸਨ ਤੇ ਬ੍ਰਾਹਮਣ ਇਸੀ ਗੱਲ ਦਾ ਫਾਇਦਾ ਉਠਾ ਕੇ ਇਹਨਾਂ ਨੂੰ ਲੁੱਟਦੇ ਵੀ ਸਨ। ਔਰਤਾਂ ਦੀ ਸਥਿਤੀ ਬਹੁਤ ਮਾੜੀ ਸੀ, ਬਾਲ ਵਿਆਹ, ਸਤੀ ਪ੍ਰਥਾ ਇਹ ਸਭ ਪ੍ਰਚਲਿਤ ਸਨ। ਕੁੜੀਆਂ ਨੂੰ ਜੰਮਦੇ ਹੀ ਮਾਰ ਦਿੰਦੇ ਸਨ, ਇਸਤਰੀਆਂ ਦਾ ਬਿਲਕੁਲ ਸਨਮਾਨ ਨਹੀਂ ਸੀ ਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਵੱਲ, ਉਹਨਾਂ ਦੀ ਵੱਲ ਬਿਲਕੁਲ ਵੀ ਧਿਆਨ ਜਿਹੜਾ ਸੀ ਉਹ ਨਹੀਂ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਮੁਸਲਮਾਨਾਂ ਦੀ ਸਮਾਜਿਕ ਅਵਸਥਾ ਕੈਸੀ ਸੀ। ਮੁਸਲਮਾਨਾਂ ਦੇ ਜਿਹੜੇ ਅਮੀਰ ਵਰਗ ਸੀ ਉਹਨਾਂ ਦੀ ਰਹਿਣ ਸਹਿਣ ਦਾ ਐਸ਼ੋ ਆਰਾਮ ਵਾਲਾ ਸੀ, ਜਦਕਿ ਜਿਹੜੇ ਗੁਲਾਮ ਸੀ ਉਹਨਾਂ ਦਾ ਰਹਿਣ ਸਹਿਣ ਥੋੜਾ ਮਾੜਾ ਹੀ ਸੀ। ਅਮੀਰ ਲੋਕ ਭੋਜਨ ਵਿੱਚ ਘਿਓ, ਮੱਖਣ, ਮਾਸ, ਕੋਰਮਾ, ਪੁਲਾਓ ਇਹ ਸਭ ਚੀਜ਼ਾਂ ਖਾਂਦੇ ਸਨ, ਨਸ਼ੀਲੀਆਂ ਵਸਤੂਆਂ ਦਾ ਵੀ ਸੇਵਨ ਕਰਦੇ ਸਨ, ਜਦਕਿ ਆਮ ਲੋਕ ਜਿਹੜੇ ਸੀ ਉਹ ਮਾਸ ਤਾਂ ਖਾਂਦੇ ਸਨ ਪਰ ਸਾਦਾ, ਜਿਵੇਂ ਕਣਕ ਦੀ ਰੋਟੀ ਜਾਂ ਲੱਸੀ ਵਗੈਰਾ ਦਾ ਸੇਵਨ ਕਰਦੇ ਸਨ। ਪਹਿਰਾਵੇ ਵਜੋਂ ਜਿਹੜੇ ਅਮੀਰ ਲੋਕ ਸੀ ਉਹ ਰੇਸ਼ਮੀ ਕੱਪੜੇ ਪਹਿਨਦੇ ਸਨ, ਤੁਰਲੇਦਾਰ ਪਗੜੀਆਂ ਬੰਨ੍ਹਦੇ ਸਨ ਅਤੇ ਜਿਹੜੀਆਂ ਔਰਤਾਂ ਸੀਗੀਆਂ ਉਹ ਘੱਗਰਾ, ਪਜਾਮਾ, ਕੁੜਤਾ ਤੇ ਬੁਰਕਾ ਪਹਿਨਦੀਆਂ ਸਨ। ਔਰ ਜਿਹੜੇ ਗਰੀਬ ਲੋਕ ਸਨ ਉਹ ਸੂਤੀ ਕੱਪੜੇ ਹੀ ਪਹਿਨਦੇ ਸਨ। ਗੁਲਾਮ ਜਿਹੜੇ ਲੋਕ ਸੀਗੇ ਇਹਨਾਂ ਦੀ ਕੈਟਾਗਰੀ ਵਿੱਚ ਉਹ ਲਾਲ ਜੁੱਤੇ ਪਹਿਨਦੇ ਸਨ, ਆਪਣੇ ਜੇਬ ਵਿੱਚ ਰੁਮਾਲ ਰੱਖਦੇ ਸਨ ਅਤੇ ਕੁੜਤਾ ਵਗੈਰਾ ਹੀ ਪਹਿਨਦੇ ਸਨ। ਮਨੋਰੰਜਨ ਦੇ ਨਾਮ ਤੇ ਇਹ ਜੂਆ ਖੇਡਦੇ ਸਨ, ਜਿਹਨੂੰ ਚੌਪੜ ਵੀ ਕਹਿੰਦੇ ਸਨ। ਚੌਪੜ ਉਸ ਟਾਈਮ ਦੀ ਬੜੀ ਮਸ਼ਹੂਰ ਗੇਮ ਮੰਨੀ ਜਾਂਦੀ ਸੀ। ਇਸ ਤੋਂ ਇਲਾਵਾ ਕਦੇ ਕਦੇ ਧਾਰਮਿਕ ਯਾਤਰਾ ਤੇ ਵੀ ਚਲੇ ਜਾਂਦੇ ਸਨ ਜਾਂ ਫਿਰ ਘੋੜਾ ਦੌੜ ਵਗੈਰਾ ਵੀ ਕਰ ਲੈਂਦੇ ਸਨ। ਅੰਧ ਵਿਸ਼ਵਾਸ ਵਿੱਚ ਇਹ ਫਸੇ ਹੋਏ ਸਨ। ਝੂਠੇ ਕਰਮ ਕਾਂਡਾਂ, ਜਾਦੂ ਟੋਣਿਆਂ ਦੇ ਵਿੱਚ ਇਹਨਾਂ ਦਾ ਪੂਰਾ ਵਿਸ਼ਵਾਸ ਸੀ। ਉਸ ਤੋਂ ਬਾਅਦ ਗੱਲ ਕਰਾਂਗੇ ਔਰਤਾਂ ਦੀ ਸਥਿਤੀ ਦੀ। ਔਰਤਾਂ ਦੀ ਜਿਹੜੀ ਸਥਿਤੀ ਸੀ ਉਹ ਸਨਮਾਨਜਨਕ ਨਹੀਂ ਸੀ। ਆਮ ਲੋਕਾਂ ਦੀਆਂ ਔਰਤਾਂ ਨੂੰ ਬੁਰਕੇ ਵਿੱਚ ਹੀ ਰਹਿਣਾ ਪੈਂਦਾ ਸੀ, ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਘੱਟ ਹੀ ਹੁੰਦੀ ਸੀ। ਇਹਨਾਂ ਨੇ ਅਲੱਗ ਕਮਰੇ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ ਜਨਾਨਖਾਨਾ ਵੀ ਕਹਿੰਦੇ ਸਨ। ਸ਼ਾਹੀ ਔਰਤਾਂ ਜਿਹੜੀਆਂ ਸੀ ਇਹਨਾਂ ਨੂੰ ਰੱਖਿਆ ਤਾਂ ਪਰਦੇ ਦੇ ਅੰਦਰ ਹੀ ਜਾਂਦਾ ਸੀ, ਪਰ ਇਹਨਾਂ ਦੀ ਸੇਵਾ ਲਈ ਦਾਸੀਆਂ ਜਾਂ ਰਖਿਆਲਾ ਵਗੈਰਾ ਰੱਖੀਆਂ ਗਈਆਂ ਹੁੰਦੀਆਂ ਸਨ ਜਿਹੜੇ ਕਿ ਇਹਨਾਂ ਦੀਆਂ ਸੇਵਾ ਕਰਦੀਆਂ ਸਨ। ਸੋ ਇਹ ਸੀ ਬੇਟੇ ਸਮਾਜਿਕ ਉਸ ਸਮੇਂ ਦੀ ਸਮਾਜਿਕ ਅਵਸਥਾ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪਾਠ ਸਮਝਣ ਵਿੱਚ ਮਦਦ ਜ਼ਰੂਰ ਮਿਲੀ ਹੋਵੇਗੀ। ਅਗਲੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕਸ ਫॉर ਵਾਚਿੰਗ।